जानते हो, तुसीं सारे दस्सण दी लोड़ नहीं। हालेलुया। ते मैं थोड़ा चर्च के विजन बारे दसांगा कि चर्च का साडी दा मकसद की है। तो उसके तहत क्योंकि साडी चर्च शुरू होई 18 महीने हो चुके हैं, ठीक है। तो 18 महीने के की कुछ होया कि की साडा मकसद सी, असीं किस तहत उसके तहत काम कर रहे हैं, जो सानूं खुदा ने गाइड किया, जिवें पास्टर जो ने इस चर्च को प्लान किया, ਉਹਦੇ ਤਹਿਤ मैं ਤੁਹਾਡੇ ਨਾਲ थोड़ी गलबात करांगा। जो चर्च का मेन विजन है वो एक पतरस ਉਹਦੀ 2:5 है। मैं एक स्क्रिप्चर पढ़ांगा छोटी जी, उसके ਵਿੱਚ लिखिਆ है कि ਤੁਸੀਂ ਆਪ ਵੀ ਜਿਉਂਦੇ ਪੱਤਰਾਂ ਦੀ ਨਿਆਈ ਹੋ ਕੇ ਆਤਮਿਕ ਘਰ ਉਸਰਦੇ ਜਾਓ ਕਿ ਜਾਤਕਾਂ ਦੀ ਪਵਿੱਤਰ ਮੰਡਲੀ ਬਣੋ, ਤਾਂ ਜੋ ਤੁਸੀਂ ਉਹਦੇ ਆਤਮਿਕ ਬਲਿਦਾਨ ਚਲਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ परमेश्वर ਨੂੰ ਪਾਉਂਦੇ। ਆਮੀਨ ਹਾਲੇਲੂਇਆ। ਫਿਰ ਸਾਡੀ ਚਰਚ ਦਾ ਮਕਸਦ ਹੈ ਕਿ ਜਿਉਂਦੇ ਪੱਤਰਾਂ ਦੀ ਨਿਆਈ ਕੀ ਤੁਸੀਂ ਇੱਕ ਪਵਿੱਤਰ ਮੰਡਲੀ ਬਣਾਓ। ਹਾਲੇਲੂਇਆ। ਪਵਿੱਤਰ ਮੰਡਲੀ ਜਿਵੇਂ ਕਿ ਪਹਿਲਾਂ ਪ੍ਰਚਾਰ ਵੀ ਹੋ ਕੇ ਹਟੇ ਨੇ, ਠੀਕ ਹੈ, ਤਾਂ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ ਉਹਦੇ ਬਾਰੇ, ਤੇ ਸਿਰਫ ਮੈਂ ਚਰਚ ਦੇ ਵਿਜ਼ਨ ਬਾਰੇ ਦੱਸਾਂਗਾ। ਇਹ ਚਰਚ ਜੋ ਕਿ ਹੌਲੀ ਨੇਸ਼ਨ ਦੇ ਲੰਡਨ ਤੋਂ ਪਲਾਂਟ ਕੀਤੀ ਗਈ ਹੈ ਪਾਸਟਰ ਜੋਨੀ ਦੇ ਦੁਆਰਾ। ਇਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਵਿਜ਼ਨ ਦਿੱਤਾ ਗਿਆ ਸੀਗਾ, ਤੇ ਇਹ ਚਰਚ ਦਾ ਵਿਜ਼ਨ ਸੀਗਾ ਇੱਕ ਪਤਰਸ ਦੀ 2:5। ਉਹਦੇ ਤਹਿਤ ਇਸ ਚਰਚ ਨੂੰ ਓਪਨ ਕੀਤਾ ਗਿਆ ਤੇ ਖੁਦਾ ਦੀ ਬਹੁਤ ਵੱਡੀ ਬਰਕਤ ਹੈ ਕਿ ਜੋ ਵੀ ਹੋ ਰਿਹਾ ਉਹ ਅਕੋਰਡਿੰਗ ਟੂ ਵਿਜ਼ਨ ਹੋ ਰਿਹਾ। ਜੋ ਵੀ ਇਸ ਚਰਚ ਦੇ ਵਿੱਚ ਹੋ ਰਿਹਾ ਇਸ ਸਮੇਂ ਉਹ ਅਕੋਰਡਿੰਗ ਟੂ ਵਿਜ਼ਨ ਹੋ ਰਿਹਾ, ਕਿ ਜੋ ਵਿਜ਼ਨ ਦੇ ਵਿੱਚ ਸੀ ਉਸ ਵਿਜ਼ਨ ਦੇ ਮੁਤਾਬਕ ਹੋ ਰਿਹਾ। ਹਾਲੇਲੂਇਆ। ਤੇ ਉਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਸਾਰੇ ਮੇਰੇ ਭੈਣ ਭਰਾ, ਜਿਵੇਂ ਕਿ ਪਾਸਟਰ ਜੋਨੀ ਨੇ ਸਾਰਿਆਂ ਨੂੰ ਦੱਸਿਆ, ਕਈ ਮੇਰੇ ਭੈਣ ਭਰਾ ਨਵੇਂ ਵੀ ਆਏ ਆ, ਕਈਆਂ ਨੂੰ ਮਿਊਜ਼ਿਕ ਦਾ ਗਿਆਨ ਹੁੰਦਾ, ਕਈ ਮੇਰੇ ਭੈਣ ਭਰਾ ਪੁਰਾਣੀਆਂ ਚਰਚਾਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਆਉਂਦੇ ਨੇ, ਖੁਦਾ ਦੇ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਨੇ, ਠੀਕ ਹੈ। ਤਾਂ ਸਾਡੀ ਚਰਚ ਦਾ ਜੋ ਵਿਜ਼ਨ ਹੈ, ਜੋ ਮੇਨ ਮਕਸਦ ਹੈ, ਉਹ ਇੱਕ ਮਕਸਦ ਇਹ ਨਹੀਂ ਕਿ ਮੈਂ ਇਕੱਲਾ ਹੀ ਖੜ ਕੇ ਜਾਂ ਇਕੱਲੇ ਪਾਸਟਰ ਜੋਨੀ ਖੜ ਕੇ ਇਸ ਜਗ੍ਹਾ ਤੇ ਜਾਂ ਕੋਈ ਵੀ ਸਾਡੀ ਫਰੰਟ ਟੀਮ ਦਾ ਜਾਂ ਹੈਲਪਰ ਦਾ ਇੱਥੇ ਆ ਕੇ ਪ੍ਰਚਾਰ ਕਰੂਗਾ ਜਾਂ ਵਰਸ਼ਿਪ ਲੀਡ ਕਰੂਗਾ, ਕੁਝ ਨਹੀਂ ਇੱਦਾਂ ਦਾ। ਉਹ ਹਰ ਇੱਕ ਮੇਰਾ ਭੈਣ ਭਰਾ ਵੱਧ ਸਕਦਾ, ਉਹ ਕਰ ਸਕਦਾ। ਇਸ ਚਰਚ ਦਾ ਮਕਸਦ ਇਹ ਹੈ ਕਿ ਆਪ ਵੀ ਵਧੋ ਤੇ ਸਭ ਨੂੰ ਵਧਾਓ, ਕੋਈ ਪਿੱਛੇ ਨਾ ਰਹੇ, ਬਲਕਿ ਸਾਰੇ ਕਿ ਅਸੀਂ ਮਿਲ ਕੇ ਅੱਗੇ ਵਧੀਏ, ਕਿਉਂਕਿ ਖੁਦਾ ਦਾ ਜਿਹੜਾ ਕੰਮ ਹੈ ਉਹ ਖੁਦਾ ਦੇ ਕੰਮ ਦੇ ਲਈ ਅਸੀਂ ਸਾਰੇ ਹੀ ਮਿਲ ਕੇ ਅੱਗੇ ਵਧੀਏ। ਇਸ ਚਰਚ ਦਾ ਜੋ ਮਕਸਦ ਹੈ ਮੇਨ ਉਹ ਇਹੀ ਹੈ ਕਿ ਇਕੱਲਾ ਨਹੀਂ, ਸਾਰੇ ਵਧੋ। ਹਾਲੇਲੂਇਆ। ਤੇ ਇਸ ਦੇ ਵਿੱਚ ਥੋੜੇ ਜਿਹੇ ਪੁਆਇੰਟ ਨੇ, ਜਿਵੇਂ ਕਿ ਉਸਦਾ ਮਤਲਬ ਕੀ ਹੈ। ਸਾਡੀ ਜਿਹੜੀ ਚਰਚ ਦੇ ਅਕੋਰਡਿੰਗ ਜੋ ਵਿਜ਼ਨ ਹੈ ਉਹਦੇ ਮੁਤਾਬਕ ਅਸੀਂ ਚੇਲਿਆਂ ਦੀ ਟ੍ਰੇਨਿੰਗ ਦਿੰਦੇ ਹਾਂ। ਚੇਲਿਆਂ ਦੀ ਟ੍ਰੇਨਿੰਗ ਕਿਸ ਤਰ੍ਹਾਂ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਬਾਈਬਲ ਦੇ ਵਿੱਚ ਵੀ ਪੜ੍ਹਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਤੁਸੀਂ ਜਾਓ ਤੇ ਮੇਰੇ ਨਾਮ ਦੇ ਵਿੱਚ ਚੇਲੇ ਬਣਾਓ ਤੇ ਉਹਨਾਂ ਨੂੰ ਕੀ ਆ, ਪਾਣੀ ਦਾ ਬਪਤਿਸਮਾ ਦਿਓ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ। ਹਾਲੇਲੂਇਆ। ਤਾਂ ਸਾਡਾ ਉਹੀ ਮਕਸਦ ਹੈ ਕਿ ਅਸੀਂ ਚੇਲੇ ਬਣਾਈਏ, ਅਸੀਂ ਖੁਦ ਵੀ ਵਧੀਏ, ਅਸੀਂ ਖੁਦ ਵੀ ਸਿੱਖੀਏ ਤੇ ਅੱਗੇ ਚੇਲੇ ਬਣਾਈਏ, ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਗਾਈਡ ਕੀਤਾ ਸੀਗਾ। ਸੋ ਇਸ ਚਰਚ ਦੇ ਵਿੱਚ ਅਸੀਂ ਚੇਲਿਆਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਦਿੰਦੇ ਹਾਂ। ਉਹਦੇ ਵਿੱਚ ਆ ਜਿਵੇਂ ਕਿ ਸਟੇਜ 1 ਹੈ ਅਲਫਾ ਦਾ ਕੋਰਸ। ਸਟੇਜ 1 ਦੇ ਵਿੱਚ ਕੀ ਹੈ, ਕਈ ਮੇਰੇ ਭੈਣ ਭਰਾ, ਮੈਂ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੁੰਦਾ ਜਾਂ ਕਿਸੇ ਦੀ ਕੁਛ ਵੀ ਇੱਦਾਂ ਦਾ ਨਹੀਂ, ਪਰ ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਕਹਿਣਾ ਚਾਹਾਂਗਾ ਕਿ ਸਟੇਜ 1 ਦੇ ਵਿੱਚ ਜਿਹੜੇ ਸਾਡੇ ਅਲਫਾ ਦੇ ਕੋਰਸ ਹੁੰਦੇ ਨੇ, ਕਈ ਮੇਰੇ ਭੈਣ ਭਰਾ ਜਿਹੜੇ ਕਾਫੀ ਟਾਈਮ ਤੋਂ ਮਸੀਹ ਦੇ ਵਿੱਚ ਨੇ, ਇੰਡੀਆ ਤੋਂ ਵੀ ਨੇ, ਠੀਕ ਹੈ, ਕਈ ਮੇਰੇ ਭੈਣ ਭਰਾਵਾਂ ਨੂੰ ਉਸ ਚੀਜ਼ ਬਾਰੇ ਨਹੀਂ ਪਤਾ ਹੁੰਦਾ। ਤਾਂ ਅਲਫਾ ਦੇ ਕੋਰਸ ਨੇ, ਇਹ ਅਲਫਾ ਦੀ ਸਾਡੀ ਕਿਤਾਬ ਹੈ, ਜਿਹੜੇ ਅਲਫਾ ਦੇ ਅਸੀਂ ਪੰਜਾਬੀ ਦੇ ਵਿੱਚ ਟੌਪਿਕ ਕਰਾਉਣੇ ਆ। ਉਹ 12 ਟੌਪਿਕ ਨੇ, ਅਸੀਂ ਇੱਕ ਟੌਪਿਕ ਦੇ ਬਾਰੇ ਦੱਸਦੇ ਹਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਕਰਾਉਣੇ ਆ। ਉਹਦੇ ਵਿੱਚ ਕੁਝ ਟੌਪਿਕ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ, ਜਿਵੇਂ ਕਿ ਫੋਰ ਐਗਜ਼ਾਮਪਲ ਕਿ ਯਿਸੂ ਕੌਣ ਹੈ। ਕਿਉਂਕਿ ਕਈ ਮੇਰੇ ਭੈਣਾਂ ਭਰਾਵਾਂ ਨੂੰ ਸਮ ਟਾਈਮ ਨਹੀਂ ਪਤਾ ਹੁੰਦਾ ਕਿ ਯਿਸੂ ਕੌਣ ਹੈ। ਅਸੀਂ ਉਹ ਇੱਕ ਕਹਿੰਦੇ ਨੇ ਜਿਵੇਂ ਜੰਮਦਾ ਬੱਚਾ ਹੁੰਦਾ, ਉਹਦੀ ਦੁੱਧ ਦੀ ਟ੍ਰੇਨਿੰਗ ਹੁੰਦੀ ਹੈ, ਅਸੀਂ ਮਿਲਕ ਦੇ ਦਿੰਦੇ ਹਾਂ ਤੇ ਮਿਲਕ ਸਿਰਫ ਮਿਲਕ ਹੀ ਪੀਂਦਾ, ਉਹ ਮਿਲਕ ਪੀ ਕੇ ਹੀ ਅੱਗੇ ਵੱਧਦਾ। ਸਹੀ ਗੱਲ ਹੈ। ਤਾਂ ਉਹ ਕੀ ਹੈ, ਉਹ ਅਲਫਾ ਦਾ ਕੋਰਸ ਉਸੇ ਤਰ੍ਹਾਂ ਦਾ ਹੀ ਹੈ ਕਿ ਅਸੀਂ ਉਹਨਾਂ ਨੂੰ ਮਿਲਕ ਦੀ ਟ੍ਰੇਨਿੰਗ ਦਿੰਦੇ ਹਾਂ ਕਿ ਯਿਸੂ ਕੌਣ ਹੈ, ਕਿ ਯਿਸੂ ਸਾਡੇ ਲਈ ਕਿਉਂ ਮਰਿਆ, ਜਾਂ ਪਵਿੱਤਰ ਆਤਮਾ ਕੀ ਹੈ, ਪਵਿੱਤਰ ਆਤਮਾ ਦੇ ਕੰਮ ਕੀ ਹੈ, ਅਸੀਂ ਬਾਈਬਲ ਕਿਉਂ ਪੜ੍ਹਨੀ ਹੈ, ਕਿਵੇਂ ਪੜ੍ਹਨੀ ਹੈ, ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਕੀ ਉਸ ਦਾ ਟੌਪਿਕ ਦੇ ਵਿੱਚ ਕੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਅਲਫਾ ਦੀ ਬੁੱਕ ਦੇ ਵਿੱਚ ਉਹ ਸਾਰਾ ਕੁਛ ਹੈ, ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤਾਂ ਕਿ ਤੁਸੀਂ ਕੀ ਹੈ ਪ੍ਰੋਪਰ ਜਿਹੜੀ ਨਿਉ ਹੈ, ਜਿਹਨੂੰ ਅਸੀਂ ਕਹਿੰਦੇ ਨਾ, ਕਹਿੰਦੇ ਜੇ ਨਿਉ ਹੈ ਜਿਹੜੀ ਉਹ ਕਮਜ਼ੋਰ ਹੋਊਗੀ ਤੇ ਫਿਰ ਛਾਪ ਨਹੀਂ ਕਰ ਸਕਦੀ। ਹਾਲੇਲੂਇਆ। ਜਿਹੜੀ ਨਿਉ ਹੈ ਉਹ ਮਜ਼ਬੂਤ ਹੋਣ ਲਈ ਬਹੁਤ ਜ਼ਰੂਰੀ ਹੈ। ਤਾਂ ਜਿਹੜੀ ਨੀਂਹ ਰੱਖਦੇ ਅਸੀਂ ਉਹ ਕੀ ਹੈ, ਇੱਕ ਪਰਮੇਸ਼ਰ ਦੀ ਜੋ ਗਾਈਡਲਾਈਨਸ ਆ ਉਸ ਦੇ ਮੁਤਾਬਕ ਹੀ ਰੱਖਦੇ ਹਾਂ। ਹਾਲੇਲੂਇਆ। ਉਸ ਤੋਂ ਬਾਅਦ ਸਾਡਾ ਦੂਸਰਾ ਇਨਕਾਊਂਟਰ ਮੀਟਿੰਗ ਹੈ, ਤੇ ਉਹ ਤੁਹਾਨੂੰ ਪਤਾ ਹੀ ਹੈ ਚੱਲ ਰਹੀ ਹੈ। ਹਾਲੇਲੂਇਆ। ਤੇ ਸਾਡੀ ਇਨਕਾਊਂਟਰ ਮੀਟਿੰਗ ਇਸ ਦਾ ਪਾਰਟ 2 ਹੈ। ਪਾਰਟ 1 ਪਹਿਲਾਂ ਹੋ ਕੇ ਹਟਿਆ,
ਤੇ ਜਿੰਨੇ ਵੀ ਮੇਰੇ ਭੈਣ ਭਰਾ ਉਸ ਦੇ ਵਿੱਚ ਸੀਗੇ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਕਿੰਨੀ ਪਾਵਰਫੁਲ ਮੀਟਿੰਗ ਸੀ। ਪਾਰਟ 1 ਦੇ ਵਿੱਚ ਵੀ ਲੋਕਾਂ ਨੇ ਛੁਟਕਾਰੇ ਹੋਏ ਆ, ਬਦਰੂਹਾਂ ਨਿਕਲੀਆਂ ਨੇ, ਲੋਕਾਂ ਨੇ ਖੁਦਾ ਨੂੰ ਰਿਸੀਵ ਕੀਤਾ, ਡਿਲੀਵਰੈਂਸ ਹੋਈ ਹੈ ਲੋਕਾਂ ਦੇ ਜਿਹੜੇ ਕਸ਼ਟ ਸੀ 10-10 ਸਾਲ ਦੇ ਲੋਕ ਫਸੇ ਹੋਏ ਸੀ, ਹੁਣ ਤੋਂ ਕਸ਼ਟ ਤੋਂ ਰਹਿਤ ਹੋਏ ਨੇ, ਆਜ਼ਾਦ ਹੋਏ ਨੇ। ਕਿਹਦੇ ਨਾਮ 'ਚ? ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੇ ਤੁਹਾਨੂੰ ਸਭ ਨੂੰ ਪਤਾ, ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਐਨਕਾਊਂਟਰ ਦੇ ਵਿੱਚ ਕੀ ਹੁੰਦਾ। ਕਿ ਸਾਡੀ ਸਟੇਜ 2 ਆ ਜੋ ਅਸੀਂ ਇਸ ਸਮੇਂ ਕਰ ਰਹੇ ਹਾਂ, ਜੋ ਚੱਲ ਰਹੀ ਹੈ ਇਸ ਸਮੇਂ। ਐਨਕਾਊਂਟਰ ਪਾਰਟ 2 ਚੱਲ ਰਿਹਾ, ਪਾਰਟ 1 ਲਾਸਟ ਮੰਥ ਹੋ ਕੇ ਹਟਿਆ, ਠੀਕ ਹੈ, 5 ਜੁਲਾਈ ਨੂੰ। ਇੱਕ ਹੀ ਸਟੇਜ 2 ਦਾ ਸਾਡਾ ਇੱਕ ਹਿੱਸਾ ਹੈ, ਸਾਡੀ ਇੱਕ ਚੇਲਿਆਂ ਦੀ ਟ੍ਰੇਨਿੰਗ ਦਾ ਇੱਕ ਹਿੱਸਾ, ਜਿਹਨੂੰ ਅਸੀਂ ਸਟੇਜ 2 ਵੀ ਕਹਿੰਦੇ ਹਾਂ, ਤੇ ਅਸੀਂ ਵੱਡਾ ਪ੍ਰੋਗਰਾਮ ਵੀ ਕਹਿੰਦੇ ਹਾਂ, ਇਹਨੂੰ ਐਨਕਾਊਂਟਰ ਮੀਟਿੰਗ ਵੀ ਕਹਿੰਦੇ ਹਾਂ। ਹਾਲੇਲੂਇਆ। ਜੋ ਵੀ ਅੱਜ ਦੇ ਟੌਪਿਕ ਹੋਏ ਸੀ, ਜੋ ਪਿੱਛੇ ਹੋਏ ਸੀ, ਆਈ ਨੋ ਕਿ ਸਾਡੀ ਜਿਹੜੀ ਲਾਈਫ ਆ, ਕਈ ਵਾਰ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਜਿਵੇਂ ਕਿ ਪਾਸਟਰ ਨੇ ਅੱਜ ਦੱਸਿਆ ਸੀਗਾ ਕਿ ਪੀੜ੍ਹੀਆਂ ਦੇ ਪਾਪ ਹੋ ਗਏ ਸਾਡੇ, ਸਾਨੂੰ ਨਹੀਂ ਕਈ ਵਾਰ ਪਤਾ ਹੁੰਦਾ ਕਿ ਸਾਡੀ ਪੀੜ੍ਹੀ 'ਚ ਕਿਸੇ ਨੇ ਕੀ ਕੀਤਾ। ਸਹੀ ਗੱਲ ਆ। ਤੁਹਾਨੂੰ ਤਾਂ ਤੁਹਾਡਾ ਛੁਟਕਾਰਾ ਹੋਇਆ, ਜਾਂ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਸੀ, ਜਾਂ ਤੁਹਾਨੂੰ ਨਹੀਂ ਸੀ ਪਤਾ ਲੱਗ ਰਿਹਾ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਗਲਤ ਸੀ, ਜਾਂ ਕਿਸੇ ਵੀ ਤਰ੍ਹਾਂ ਦਾ, ਠੀਕ ਹੈ, ਉਹ ਐਨਕਾਊਂਟਰ ਮੀਟਿੰਗ ਦੇ ਵਿੱਚ ਕੀ ਟੌਪਿਕ ਦੇ ਵਿੱਚ ਕੀ ਆ ਸਾਰਾ ਕਲੀਅਰ ਕੀਤਾ ਜਾਂਦਾ। ਜਿਵੇਂ ਕਿ ਜਸਟ ਬਿਫੋਰ ਅਸੀਂ ਸਪੀਕ ਕੀਤਾ ਹੌਲੀ ਸਪਿਰਿਟ ਬਾਰੇ, ਪਵਿੱਤਰ ਆਤਮਾ ਦੇ ਬਾਰੇ, ਕਿ ਜਿਹਨਾਂ ਦਾ ਪਵਿੱਤਰ ਆਤਮਾ ਦੇ ਵਿੱਚ ਵੀ ਬਪਤਿਸਮਾ ਨਹੀਂ ਹੋਇਆ। ਕਿਉਂਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ ਜਦੋਂ ਯੋਹੰਨਾ ਬਪਤਿਸਮਾ ਦੇਣ ਵਾਲਾ ਬਪਤਿਸਮਾ ਦੇ ਰਿਹਾ ਸੀਗਾ, ਉਹ ਕੀ ਕਹਿ ਰਿਹਾ ਸੀਗਾ? ਕਹਿੰਦਾ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦੇ ਰਿਹਾ, ਪਰ ਜੋ ਮੇਰੇ ਪਿੱਛੋਂ ਆਉਣ ਵਾਲਾ ਉਹ ਤੁਹਾਨੂੰ ਕੀ ਪਾਕ ਰੂਹ ਦੇ ਨਾਲ ਬਪਤਿਸਮਾ ਦੇਵੇਗਾ। ਹਾਲੇਲੂਇਆ, ਹਾਲੇਲੂਇਆ। ਤੇ ਸਮਝ ਰਹੇ ਹੋ ਜੋ ਮੈਂ ਕਹਿ ਰਿਹਾ ਚਰਚ ਦਾ ਵਿਜ਼ਨ। ਤੇ ਉਸ ਤੋਂ ਬਾਅਦ ਸਾਡੀ ਸਟੇਜ 3 ਹੈ, ਜਿਸ ਨੂੰ ਕਿ ਅਸੀਂ ਕਹਿ ਦਿੰਦੇ ਹਾਂ ਜਦੋਂ ਬੱਚਾ ਥੋੜਾ ਜਿਹਾ ਵੱਧ ਜਾਂਦਾ, 2 ਸਾਲ 5 ਸਾਲ 7 ਸਾਲ 10 ਸਾਲ ਦਾ ਹੋ ਜਾਂਦਾ, ਉਹਨੂੰ ਜ਼ਰੂਰਤ ਹੁੰਦੀ ਹੈ ਕਿ ਮਿਲਕ ਤੋਂ ਹਟ ਕੇ ਥੋੜਾ ਜਿਹਾ ਉਹਨੂੰ ਕੀ ਹੈ, ਰੋਟੀ ਵੀ ਮਿਲੇ, ਚਿਕਨ ਵੀ ਮਿਲੇ, ਮੀਟ ਵੀ ਖਾ ਸਕਦੇ, ਕੁਝ ਵੀ ਖਾ ਸਕਦੇ। ਹਾਲੇਲੂਇਆ। ਤਾਂ ਸਾਡੀ ਸਟੇਜ 3 ਹੈ, ਉਸ ਦੇ ਵਿੱਚ ਕੀ ਅਸੀਂ ਫਿਰ ਮਾਸ ਦਿੰਦੇ ਉਹਨਾਂ ਨੂੰ, ਦੁੱਧ ਨਹੀਂ ਦਿੰਦੇ, ਅਲਫਾ ਨਹੀਂ ਦਿੰਦੇ। ਉਸ ਸਮੇਂ ਅਸੀਂ ਕਿ ਉਹਨਾਂ ਨੂੰ ਮਾਸ ਦਿੰਦੇ ਹਾਂ ਤਾਂ ਕਿ ਉਹ ਖਾ ਕੇ ਤਕੜੇ ਹੋਣ, ਆਪਣੇ ਆਪ ਨੂੰ ਮਜ਼ਬੂਤ ਕਰਨ, ਮਸੀਹਤ ਤੌਰ ਤੇ, ਆਤਮਿਕ ਤੌਰ ਤੇ ਖੁਦਾ ਦੇ ਵਿੱਚ। ਹਾਲੇਲੂਇਆ। ਤਾਂ ਉਹ ਸਾਡੇ ਟੌਪਿਕ ਨੇ, ਉਹ ਚੱਲ ਰਹੀ ਹੈ ਸਟੇਜ 3। ਪਰ ਸਾਨੂੰ ਸਾਡੀ ਜ਼ਰੂਰਤ ਹੁੰਦੀ ਹੈ ਸਟੇਜ 3 ਦੇ ਵਿੱਚ ਸਿਰਫ ਅਸੀਂ ਜ਼ਿਆਦਾ ਟੌਪਿਕ ਨਹੀਂ ਲਗਾਉਂਦੇ ਆ, ਅਸੀਂ ਸਿਰਫ ਦੇਖਦੇ ਹਾਂ ਕਿ ਕਿਹੜੇ ਮੇਰੇ ਭੈਣ ਭਰਾ ਜ਼ਿਆਦਾ ਵਫਾਦਾਰ ਨੇ, ਜਿਹੜੇ ਸਟੇਜ 1 ਅਲਫਾ ਵਫਾਦਾਰੀਆਂ ਕਰ ਰਹੇ ਨੇ, ਸਟੇਜ 2 ਐਨਕਾਊਂਟਰ ਮੀਟਿੰਗ ਦਾ ਹਿੱਸਾ ਰਹਿ ਚੁੱਕੇ ਨੇ, ਤੇ ਉਹਨਾਂ ਨੂੰ ਹੀ ਸਟੇਜ 3 ਦੇ ਵਿੱਚ ਅਸੀਂ ਲੈ ਕੇ ਜਾਂਦੇ ਹਾਂ। ਪਰ ਸਟੇਜ 3 ਅਸੀਂ ਜ਼ਿਆਦਾਤਰ ਵੀਡੀਓ ਲਗਾ ਚੁੱਕੇ ਹਾਂ, ਸਿਰਫ 5 ਤੋਂ 6 ਟੌਪਿਕ ਬਾਕੀ ਨੇ। ਤੇ ਜਿੰਨੇ ਵੀ ਮੇਰੇ ਭੈਣ ਭਰਾ ਨੂੰ ਅਗਰ ਕੁਝ ਅਲਫਾ ਜਾਂ ਐਨਕਾਊਂਟਰ ਮੀਟਿੰਗ ਦੇ ਬਾਰੇ ਕੁਝ ਪੁੱਛਣਾ ਵੀ ਹੋਵੇ, ਜਿਹੜਾ ਦਾ ਮਕਸਦ ਹੈ ਵਾਕਈ ਕਿ ਖੁਦਾ ਦੀ ਸੇਵਾ ਕਰਨੀ ਹੈ, ਅਸੀਂ ਇਸ ਚਰਚ ਦਾ ਇੱਕ ਹਿੱਸਾ ਬਣ ਕੇ ਖੁਦਾ ਦੇ ਅੱਗੇ ਕੰਮ ਕਰਨਾ ਹੈ, ਤਾਂ ਉਹਨਾਂ ਦੇ ਲਈ ਇੱਕ ਮਕਸਦ ਹੈ ਕਿ ਉਹ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਅਸੀਂ ਉਹਨਾਂ ਦੀ ਵਫਾਦਾਰੀ ਦੇਖਾਂਗੇ। ਇਹ ਨਹੀਂ ਹੈਗਾ ਕਿ ਕੋਈ ਵੀ ਮੇਰਾ ਭੈਣ ਭਰਾ ਅੱਜ ਫੋਰ ਐਗਜ਼ਾਮਪਲ ਅੱਜ ਕੋਈ ਪਹਿਲੇ ਦਿਨ ਆਇਆ, ਫੋਰ ਐਗਜ਼ਾਮਪਲ ਸਨੀ ਪਹਿਲੀ ਵਾਰੀ ਚਰਚ ਦੇ ਵਿੱਚ ਆਇਆ ਤੇ ਉਹਨੂੰ ਵਧੀਆ ਢੋਲਕੀ ਵਜਾਉਣੀ ਆਉਂਦੀ ਹੈ ਤੇ ਉਹ ਕਹੇਗਾ ਕਿ ਮੈਂ ਢੋਲਕੀ ਵਜਾਉਣੀ ਹੈ, ਉਹ ਨਹੀਂ ਹੈਗਾ। ਕਿਉਂਕਿ ਖੁਦਾ ਖੁਦ ਆਪਣੇ ਇੱਕ ਕਾਨੂੰਨ ਦੇ ਵਿੱਚ ਆ। ਕੋਈ ਖੁਦਾ ਜਿਹੜਾ ਸਾਡਾ ਅਸੀਂ ਵਿਸ਼ਵਾਸ ਕਰਦੇ ਆ, ਉਹ ਵੀ ਇੱਕ ਆਰਡਰ ਦਾ ਖੁਦਾ ਹੈ। ਹਾਲੇਲੂਇਆ। ਉਹ ਆਰਡਰ ਦਾ ਖੁਦਾ, ਉਹ ਆਪਣਾ ਆਰਡਰ ਕਦੇ ਨਹੀਂ ਤੋੜਦਾ, ਜੋ ਉਸਦਾ ਆਰਡਰ ਹੈ। ਦੇਖੋ ਫੋਰ ਐਗਜ਼ਾਮਪਲ ਖੁਦਾ ਨੇ ਅਗਰ ਸਾਡੇ ਲਈ ਕੁਝ ਕੰਮ ਕਰਨਾ ਤਾਂ ਪਾਸਟਰ ਜੋਨੀ ਦੇ ਥਰੂ ਕਰਨਾ। ਅਗਰ ਪਾਸਟਰ ਜੋਨੀ ਸਾਨੂੰ ਦੱਸਣਗੇ ਕਿ ਤੁਹਾਡੇ ਲਈ ਖੁਦਾ ਨੇ ਮੈਨੂੰ ਆਹ ਚੀਜ਼ ਦਿਖਾਈ ਦਿੱਤੀ ਹੈ, ਉਹ ਕਦੇ ਵੀ ਕੀ ਹੈ, ਮੈਂ ਐਗਜ਼ਾਮਪਲ ਲਵਾਂਗਾ ਸੀਮਾ ਆਂਟੀ ਦੀ, ਸੀਮਾ ਆਂਟੀ ਨੂੰ ਕਦੇ ਵੀ ਖੁਦਾ ਇਹ ਚੀਜ਼ ਨਹੀਂ ਦਿਖਾ ਸਕਦਾ ਕਿ ਮੇਰੀ ਲਾਈਫ ਦੇ ਵਿੱਚ ਕੀ ਗਲਤ ਹੈ ਕੀ ਸਹੀ। ਹਾਲੇਲੂਇਆ। ਤਾਂ ਉਹ ਕੀ ਆਰਡਰ ਦਾ ਖੁਦਾ, ਜਿਵੇਂ ਉਹ ਖੁਦਾ ਆਰਡਰ ਦਾ, ਉਸੇ ਤਰ੍ਹਾਂ ਹੀ ਸਾਨੂੰ ਵੀ ਕੀ ਹੈ, ਅਗਰ ਅਸੀਂ ਵਾਕਈ ਉਸਦੀ ਜਿਹੜੀ ਮਸੀਹ ਜ਼ਿੰਦਗੀ ਦੇ ਵਿੱਚ ਸਹੀ ਅੱਗੇ ਵਧਣਾ, ਤਾਂ ਅਸੀਂ ਇੱਕ ਆਰਡਰ ਦੇ ਵਿੱਚ ਜਾਈਏ। ਜਿਵੇਂ ਕਿ ਅਸੀਂ ਜਾ ਰਹੇ ਹਾਂ, ਅਗਰ ਅਸੀਂ ਅਲਫਾ 1 ਕਰਾਂਗੇ, ਅਲਫਾ 2 ਕਰਾਂਗੇ। ਅਗਰ ਮੇਰਾ ਕੋਈ ਭੈਣ ਭਰਾ ਕੋਈ ਮਿਊਜ਼ਿਕ ਵਜਾਉਣਾ ਜਾਣਦਾ, ਹਾਰਮੋਨੀਅਮ, ਪਿਆਨੋ ਜਾਂ ਢੋਲਕੀ, ਕੁਛ ਵੀ ਇੱਦਾਂ ਦਾ ਕਰਨਾ ਚਾਹੁੰਦਾ, ਜਾਂ ਉਹਨੂੰ ਖੁਦਾ ਦਾ ਕੋਈ ਹੋਰ ਗਿਆਨ ਆ, ਪ੍ਰੀਚਿੰਗ ਬਾਰੇ ਆ, ਜਾਂ ਉਹਨੂੰ ਟੀਚਿੰਗ ਬਾਰੇ ਕੋਈ ਗਿਆਨ ਆ, ਠੀਕ ਹੈ, ਤਾਂ ਉਸਦਾ ਕੀ ਅਸੀਂ ਟਰਸਟ ਨੂੰ ਦੇਖਾਂਗੇ, ਵਿਸ਼ਵਾਸ ਨੂੰ ਦੇਖਾਂਗੇ, ਫੇਥ ਨੂੰ ਦੇਖਾਂਗੇ, ਉਹਨਾਂ ਦੀ ਟਾਈਮ ਮੈਨੇਜਮੈਂਟ ਨੂੰ ਦੇਖਾਂਗੇ, ਉਹ ਕਿੰਨਾ ਫੇਥਫੁਲੀ ਹੈ, ਕਿੰਨੀ ਹੰਬਲ, ਸਭ ਤੋਂ ਵੱਡੀ ਚੀਜ਼ ਹੰਬਲ, ਕਿ ਕਿੰਨਾ ਹੰਬਲ ਹੈ। ਇਹ ਨਹੀਂ ਹੈਗਾ ਕਿ ਇੱਥੇ ਮੈਂ ਮੈਕ ਫੜ ਕੇ ਕਹਿ ਦੇਵਾਂ ਮੇਰਾ ਵਰਗਾ ਕੋਈ ਵੀ ਨਹੀਂ ਹੈਗਾ। ਹਾਲੇਲੂਇਆ। ਕਿ ਮੈਨੂੰ ਹੰਬਲ ਹੋਣ ਦੀ ਜ਼ਰੂਰਤ ਹੈ, ਜੇ ਮੈਂ ਇੱਥੇ ਖੜਿਆ ਇਹ ਵੀ ਉਸ ਦੀ ਬਦੌਲਤ ਹੈ ਕਿ ਅੱਜ ਮੈਂ ਇਸ ਜਗ੍ਹਾ ਤੇ ਖੜ ਕੇ ਤੁਹਾਨੂੰ ਚਰਚ ਦਾ ਵਿਜ਼ਨ ਦੱਸ ਰਿਹਾ। ਸਹੀ ਗੱਲ ਹੈ ਨਾ। ਹੰਬਲ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਖੁਦਾ ਦੀ ਕੀ ਹੈ ਸਾਰੇ ਮਿਲ ਕੇ ਸੇਵਾ ਕਰ ਸਕੀਏ। ਜਦੋਂ ਅਸੀਂ ਸਟੇਜ 1 ਕਰਾਂਗੇ, ਸਟੇਜ 2 ਕਰਾਂਗੇ, ਸਟੇਜ 3 ਦਾ ਵੀ ਹਿੱਸਾ ਬਣਾਂਗੇ, ਤਾਂ ਕਿ ਜੋ ਤੁਹਾਨੂੰ ਖੁਦਾ ਨੇ ਗਿਫਟ ਦਿੱਤਾ, ਅਸੀਂ ਹਰ ਇੱਕ ਦੀ ਗਿਫਟ ਦੀ ਕਦਰ ਕਰਦੇ ਹਾਂ। ਕਿਸੇ ਦੀ ਇਹ ਨਹੀਂ ਹੈਗਾ ਕਿ ਬ੍ਰਦਰ ਨੂੰ ਕਿਸੇ ਨੇ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਕੋਈ ਵੀ ਗਿਫਟ ਹੈ ਕਿ ਉਹ ਪ੍ਰੋਫੈਸੀ ਕਰ ਸਕਦਾ ਕਿਸੇ ਦੀ, ਠੀਕ ਹੈ, ਅਸੀਂ ਉਸਦੇ ਗਿਫਟ ਨੂੰ ਮਿਸਯੂਜ਼ ਨਹੀਂ ਕਰਾਂਗੇ, ਉਸਨੂੰ ਅੱਛੀ ਤਰੀਕੇ ਗਾਈਡ ਕਰਾਂਗੇ। ਉਸ ਤੋਂ ਬਾਅਦ ਉਸਦੇ ਗਿਫਟ ਦਾ ਕੀ ਆ, ਖੁਦਾ ਦੇ ਆਰਡਰ ਦੇ ਮੁਤਾਬਕ ਅਸੀਂ ਕੀ ਆ ਲਾਭ ਵੀ ਲਵਾਂਗੇ। ਹਾਲੇਲੂਇਆ। ਉਸ ਤੋਂ ਬਾਅਦ ਸਾਡੀ ਸਟੇਜ 4 ਹੈ,
ਚਰਚ ਦੇ ਵਿਜ਼ਨ ਦੇ ਮੁਤਾਬਕ ਸਾਡੀ ਸਟੇਜ 4 ਦੇ ਵਿੱਚ ਲੀਡਰਸ਼ਿਪ ਟ੍ਰੇਨਿੰਗ ਹੈ। ਲੀਡਰਸ਼ਿਪ ਟ੍ਰੇਨਿੰਗ ਦੇ ਵਿੱਚ ਸਿਰਫ ਉਹੀ ਲੋਕ ਜਾਣਗੇ ਜਿਹੜੇ ਪਹਿਲੀ ਸਟੇਜ, ਦੂਜੀ ਤੇ ਤੀਜੀ ਸਟੇਜ ਨੂੰ ਕਲੀਅਰ ਕਰਨਗੇ। ਲੀਡਰਸ਼ਿਪ ਟ੍ਰੇਨਿੰਗ ਦੇ ਵਿੱਚ ਸਿਰਫ ਇਸ ਸਮੇਂ ਕੁਝ ਹੀ ਲੋਕ ਨੇ ਫਰੰਟਲਾਈਨ ਟੀਮ ਦੇ ਤੇ ਹੈਲਪਰ ਦੇ ਲੋਕ ਹੀ ਆ ਸਿਰਫ, ਜਿਹੜੇ ਕਿ ਸਟੇਜ 4 ਦੇ ਵਿੱਚ ਇਸ ਸਮੇਂ ਜਾ ਰਹੇ ਨੇ, ਲੀਡਰਸ਼ਿਪ ਟ੍ਰੇਨਿੰਗ ਦੇ ਵਿੱਚ ਜਾ ਰਹੇ ਨੇ। ਠੀਕ ਹੈ, ਤੇ ਉਸ ਦੇ ਵਿੱਚ ਕੀ ਹੈ, ਉਹ ਤੁਹਾਡੀ ਜਿਹੜੀ ਨੀਂਹ ਤੋਂ, ਦੁੱਧ ਤੋਂ ਚੱਲ ਕੇ, ਮਾਸ ਤੋਂ ਚੱਲ ਕੇ, ਉਸ ਤੋਂ ਬਾਅਦ ਤੁਹਾਨੂੰ ਅੱਛੇ ਤਰੀਕੇ ਕੀ ਹੈ ਜਿਹੜੇ ਖੁਦਾ ਦੇ ਕੰਮ ਨੇ ਉਹਨਾਂ ਨੂੰ ਗਾਈਡ, ਜਿਵੇਂ ਸਾਨੂੰ ਕਿਸੇ ਨੇ ਗਾਈਡ ਕੀਤਾ ਕਿ ਅਸੀਂ ਵੀ ਕਿਸੇ ਨੂੰ ਗਾਈਡ ਕਰ ਸਕੀਏ, ਜਿਵੇਂ ਸਾਡੇ ਕੋਲ ਖੁਦਾ ਦਾ ਸ਼ੁਭ ਸਮਾਚਾਰ ਪਹੁੰਚਿਆ, ਅਸੀਂ ਵੀ ਕਿਸੇ ਨੂੰ ਜਾ ਕੇ ਦੱਸ ਸਕੀਏ। ਸਾਡੇ ਵਿੱਚ ਜੋ ਗਿਫਟ ਹੈ ਉਹ ਸਾਡੇ ਵਿੱਚ ਇਮੈਜੀਨੇਸ਼ਨ ਦਾ, ਖੁਦਾ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ, ਬਾਹਰ ਜਾ ਕੇ ਲੋਕਾਂ ਦੇ ਵਿੱਚ ਦੱਸਣ ਦਾ ਗਿਫਟ ਹੈ, ਜਾਂ ਕਿਸੇ ਨੂੰ ਪ੍ਰੋਫੈਸੀ ਕਰਨ ਦਾ ਗਿਫਟ ਹੈ, ਜਾਂ ਕਿਸੇ ਕੋਲ ਪਾਸਟਰ ਦਾ ਗਿਫਟ ਹੈ, ਕੁਛ ਵੀ ਗਿਫਟ ਹੈ। ਉਹ ਸਟੇਜ 4 ਦੀ ਜਦੋਂ ਕਲੀਅਰ ਹੋਊਗਾ ਤਾਂ ਉਸ ਤੋਂ ਬਾਅਦ ਜੋ ਵੀ ਉਹਨਾਂ ਕੋਲ ਗਿਫਟ ਹੋਊਗਾ ਖੁਦਾ ਉਹਨਾਂ ਨੂੰ ਉਸੇ ਤਰ੍ਹਾਂ ਗਾਈਡ ਕਰੂਗਾ। ਸਾਡੇ ਪਾਸਟਰ ਸਾਹਿਬਾਨ ਨੂੰ ਗਾਈਡ ਕਰੂਗਾ, ਠੀਕ ਹੈ, ਜਾਂ ਖੁਦਾ ਸਾਡੇ ਨਾਲ ਗੱਲਬਾਤ ਕਰੂਗਾ, ਜਿਸ ਤਰ੍ਹਾਂ ਵੀ ਹੋਵੇਗਾ ਖੁਦਾ ਗੱਲਬਾਤ ਕਰੇਗਾ। ਇਹ ਸਾਡੀ ਚਰਚ ਦਾ ਜਿਹੜਾ ਮੇਨ ਕੀ ਹੈ, ਮਕਸਦ ਹੈ। ਪਰ ਅਸੀਂ ਰਿਸਪੈਕਟ ਹਰ ਇੱਕ ਦੀ ਕਰਦੇ ਹਾਂ, ਜੋ ਆ ਰਹੇ ਨੇ ਸਭ ਦੀ ਰਿਸਪੈਕਟ ਹੈ, ਜੋ ਵੀ ਬੈਠੇ ਨੇ ਇਸ ਜਗ੍ਹਾ ਤੇ ਉਹਨਾਂ ਦੀ ਵੀ ਸਾਰਿਆਂ ਦੀ ਰਿਸਪੈਕਟ ਹੈ। ਪਰ ਮੇਨ ਸਿਰਫ ਉਹੀ ਹੈ ਕਿ ਜਿਹੜਾ ਆਪਣੇ ਦਿਲ ਤੋਂ, ਆਪਣੇ ਵਿਸ਼ਵਾਸ ਤੋਂ ਚਾਹੁੰਦਾ ਵਾਕਈ ਕਿ ਸਿਰਫ ਇਹ ਨਹੀਂ ਕਿ ਮੈਂ ਸੰਡੇ ਨੂੰ ਆ ਕੇ ਸਿਰਫ ਕਦਾ ਹਾਲੇਲੂਇਆ ਕਰਾਂ ਜਾਂ ਆਮੀਨ ਕਰਾਂ ਜਾਂ ਨੱਚਾ ਟੱਪਾਂ, ਉਸ ਲਈ ਇਹ ਮਕਸਦ ਨਹੀਂ ਹੈਗਾ। ਜਿਹੜਾ ਵਾਕਈ ਚਾਹੁੰਦਾ ਕਿ ਹਾਂ ਨਹੀਂ, ਮੈਂ ਪੂਰਾ ਹਫਤਾ ਜਾਂ ਸੰਡੇ ਨੂੰ ਚਰਚ ਦੇ ਨਾਲ ਜੁੜਾਂ, ਮੇਰਾ ਮਕਸਦ ਹੈ ਕਿ ਮੈਂ ਅੱਗੇ ਵਧਾਂ, ਮੈਂ ਖੁਦਾ ਦੀ ਸੇਵਾ ਕਰਨਾ ਚਾਹੁੰਦਾ, ਮੈਂ ਇਸ ਚਰਚ ਦਾ ਇੱਕ ਜਿਹੜਾ ਮਕਸਦ ਹੈ ਮੈਂ ਉਹਦੇ ਨਾਲ ਜੁੜ ਕੇ, ਉਸ ਦੇ ਆਰਡਰ ਮੁਤਾਬਕ ਜੁੜ ਕੇ ਅੱਗੇ ਵਧਣਾ ਚਾਹੁੰਦਾ, ਠੀਕ ਹੈ, ਤਾਂ ਉਸ ਲਈ ਇਹ ਚਰਚ ਬਿਲਕੁਲ ਸਹੀ ਹੈ ਤੇ ਤੁਸੀਂ ਖੁਸ਼ ਹੋਵੋ ਕਿ ਤੁਸੀਂ ਸਹੀ ਜਗ੍ਹਾ ਤੇ ਬੈਠੇ ਹੋ। ਹਾਲੇਲੂਇਆ। ਕਿਉਂਕਿ ਇਹ ਚੀਜ਼ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਜਗ੍ਹਾ ਤੇ ਹੋ, ਉਸ ਚਰਚ ਦੇ ਵਿੱਚ ਕੀ ਹੋ ਰਿਹਾ ਹੈ। ਜਿਹੜਾ ਜਿਵੇਂ ਕਿ ਪਾਸਟਰ ਜੀ ਹਰ ਵਾਰੀ ਕਹਿੰਦੇ ਹੁੰਦੇ ਨੇ ਕਿ ਸਾਨੂੰ ਇਸ ਚੀਜ਼ ਦੀ ਖੁਸ਼ੀ ਵੀ ਹੈ ਕਿ 18 ਮਹੀਨਿਆਂ ਦੇ ਵਿੱਚ ਮੈਂ ਅੱਜ ਤੱਕ ਇੰਨਾ ਮੇਰਾ ਮਸੀਹ ਜ਼ਿੰਦਗੀ ਦਾ ਐਕਸਪੀਰੀਅੰਸ ਮੇਰਾ ਇਸ ਚਰਚ ਦੇ ਵਿੱਚ, ਠੀਕ ਹੈ, ਪਰ ਮੈਂ ਇੱਕ ਚਰਚ ਦੇ ਵਿੱਚ ਪਹਿਲਾਂ ਵੀ ਜੁੜਿਆ ਸੀਗਾ, ਪਰ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ ਕਿ ਜਿਸ ਤਰ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੇ ਜੋ ਹੋ ਰਹੀ ਹੈ, ਤੁਸੀਂ ਖੁਦਾ ਦੇ ਕੰਮਾਂ ਨੂੰ, ਉਹਦੇ ਰਾਜ ਦੇ ਵਿੱਚ ਬਹੁਤ ਵੱਡੀ ਮਦਦ ਕਰ ਸਕਦੇ ਹੋ। ਹਾਲੇਲੂਇਆ। ਉਹਦੇ ਰਾਜ ਨੂੰ ਵਧਾ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਉੱਪਰ ਜਾਣਾ ਹੈ ਉੱਥੇ ਤੁਹਾਡਾ ਕਿਸੇ ਨੇ ਨੋਟਿਸ ਨਹੀਂ ਕਰਨਾ ਕਿ ਤੁਸੀਂ ਕੀ ਕਮਾਇਆ ਜਾਂ ਕੀ ਕੀਤਾ। ਉੱਥੇ ਇਹ ਪੁੱਛਿਆ ਜਾਊਗਾ ਕਿੰਨੀਆਂ ਰੂਹਾਂ ਨੂੰ ਬਚਾਇਆ ਸੀ, ਕਿੰਨਿਆਂ ਕੋਲੇ ਖੁਸ਼ਖਬਰੀ ਦਾ ਪ੍ਰਚਾਰ ਪਹੁੰਚਿਆ ਸੀ, ਕਿੰਨਿਆਂ ਨੂੰ ਤੁਸੀਂ ਜਾ ਕੇ ਦੱਸਿਆ ਸੀ ਮੈਂ ਬਚਿਆ ਤੂੰ ਵੀ ਬਚ। ਹਾਲੇਲੂਇਆ। ਤੇ ਸਾਡੀ ਚਰਚ ਦਾ ਜਿਹੜਾ ਮਕਸਦ ਹੈ, ਤੇ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਕੱਲੇ ਦਾ ਕੋਈ ਮਕਸਦ ਨਹੀਂ ਹੈਗਾ ਕਿ ਮੈਂ ਇਕੱਲਾ ਵਧਾਂ, ਅਸੀਂ ਸਾਰੇ ਹੀ ਵਧੀਏ, ਪਰ ਮਕਸਦ ਸਿਰਫ ਉਹਨਾਂ ਲੋਕਾਂ ਦੇ ਲਈ ਹੈ, ਉਹਨਾਂ ਮੇਰੇ ਭੈਣਾਂ ਭਰਾਵਾਂ ਦੇ ਲਈ ਹੈ ਜਿਹੜੇ ਦਿਲੋਂ ਚਾਹੁੰਦੇ ਨੇ ਕਿ ਅਸੀਂ ਅੱਗੇ ਵਧਣਾ। ਤਾਂ ਉਹ ਸਾਡੇ ਨਾਲ ਕੰਟੈਕਟ ਕਰੋ, ਸਾਨੂੰ ਦੱਸੋ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਸਾਡੇ ਵਿੱਚ ਆਹ ਚੀਜ਼ ਹੈ, ਅਸੀਂ ਆਹ ਚੀਜ਼ ਕਰਨਾ ਚਾਹੁੰਦੇ, ਤਾਂ ਕਿ ਅਸੀਂ ਤੁਹਾਨੂੰ ਸਟੇਜ 1 ਸਟੇਜ 2 ਕਲੀਅਰ ਕਰੀਏ, ਸਟੇਜ 3 ਕਲੀਅਰ ਕਰਾਈਏ, ਤਾਂ ਕਿ ਤੁਹਾਡੇ ਉਸ ਗਿਫਟ ਦਾ ਖੁਦਾ ਦੇ ਰਾਜ ਦੇ ਲਈ ਲਾਭ ਲੈ ਸਕੀਏ। ਹਾਲੇਲੂਇਆ। ਤੇ ਬਾਕੀ ਵੀ ਸਾਰੇ ਮੇਰੇ ਭੈਣਾਂ ਭਰਾਵਾਂ ਦੀ ਅਸੀਂ ਰਿਸਪੈਕਟ ਕਰਦੇ ਹਾਂ, ਇੱਜ਼ਤ ਕਰਦੇ ਹਾਂ, ਜੋ ਆ ਰਹੇ ਨੇ ਸਿਰਫ ਰਿਸੀਵ ਕਰ ਰਹੇ ਨੇ, ਕਰੋ, ਮੋਸਟ ਵੈਲਕਮ ਹੈ ਤੁਹਾਡਾ ਵੀ, ਖੁਦਾ ਤੁਹਾਨੂੰ ਹੋਰ ਵੀ ਬਰਕਤ ਦੇਵੇ। ਥੈਂਕ ਯੂ, ਗॉड ब्लेस यू। थैंक यू। हालेलुया। आप एक चीज भूल गए, हम इधर पंजाबी खाना नहीं खाते हैं संडे को। हालेलुया, प्रेज द लॉर्ड। हाँ, जल्दी जल्दी ये लोग मुझे आगे आने को चाहिए। सनी, रमनदीप, अमन मट्टू, अमन कुमार, जेनिफर, सैली, रामन और गोपी भी। आपको 30 सेकेंड्स या 40 सेकेंड्स में करना पड़ेगा, ओके? ज़्यादा टाइम नहीं है। खाना आप लगा सकते हैं, प्लेट में डाल सकते हैं। हाँ, प्रेज गॉड, क्योंकि फिर 3:30 बजे पास्टर। प्रेज गॉड, हालेलुया, थैंक यू जीसस। सनी, यू हैव टू हेल्प मी विद द ट्रांसलेशन हियर। मैं सवाल पूछूंगा इनको और उनके दिल से वो जवाब देंगे। मैंने उनको नहीं पूछा, मैंने उनको नहीं बोला कि ये ऐसा बोलो, ऐसा वो ऐसा बोलो, सिर्फ सवाल मेरे है, जवाब उनका आएंगे। तो और एक माइक पकड़ो प्लीज। प्रेज गॉड, प्रेज लॉर्ड। सो सनी से मैं पूछूंगा, ये तो मुझे आसान होगा पूछने को, इसकी जरूरत नहीं है ट्रांसलेशन के लिए। हाउस ऑफ चर्च, हाउस ऑफ पंजाबी चर्च, हाउस ऑफ ग्लोरी पंजाबी चर्च का स्पेशलिटी क्या है? जो साडी हाउस ऑफ ग्लोरी पंजाबी चर्च की स्पेशलिटी है कि सब तो पहला तो ये है, जो भी बंदा चर्च ਦੇ ਵਿੱਚ ਨਵਾਂ ਆਉਂਦਾ, ਠੀਕ ਹੈ, ਸਾਰਿਆਂ ਦੀ ਰਿਸਪੈਕਟ ਕੀਤੀ ਜਾਂਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਤੁਹਾਡੇ ਨਾਲ ਹੀ ਕੀਤਾ ਜਾਊਗਾ, ਤੁਹਾਨੂੰ ਕੋਈ ਜਾਣਦਾ ਹੀ ਨਹੀਂਗਾ। ਸੈਕੰਡ ਚੀਜ਼ ਇਹ ਹੈ, ਠੀਕ ਹੈ, ਕਿ ਜਿਸ ਚੀਜ਼ ਲਈ ਤੁਸੀਂ ਆਉਣੇ ਹੋ, ਤੁਸੀਂ ਖੁਦਾ ਦੀ ਭਾਲ ਲਈ ਆਉਣੇ ਹੋ, ਠੀਕ ਹੈ, ਤੁਹਾਨੂੰ ਮਿਲਦਾ ਖੁਦਾ। ਤੀਜੇ ਨੰਬਰ ਤੇ ਤੁਹਾਨੂੰ ਹਰ ਇੱਕ ਪ੍ਰਚਾਰ ਹੈ ਜੋ ਪੰਜਾਬੀ ਦੇ ਵਿੱਚ ਮੁਹੱਈਆ ਕਰਵਾਇਆ ਜਾਂਦਾ। ਇਵਨ ਦੋ ਪਾਸਟਰ ਜੀ ਇੰਗਲੈਂਡ ਤੋਂ ਆਉਂਦੇ ਆ,
ठीक है इंग्लिश कर ले पर तुहाडे लिए ट्रांसलेशन का भी प्रबंध किया जाता है। फिर जो तुहाडे जिंदगी दे विच खुदा दा मकसद है उन्होंने फड़ के जिवें ब्रदर ने इस टाइम समझाया चर्च का विजन उहदे मुताबिक तुहानूं खुदा दे विच अगे वधाया जांदा गा। सारिआं नूं प्यार किया जांदा, किसी नाल कोई भेदभाव नहीं किया जांदा, ठीक है। सारिआं नूं पुछिआ जांदा, किसी नूं कोई प्रॉब्लम तो नहीं हैगी, किसी नूं कोई प्रार्थना की जरूरत नहीं हैगी, हर एक दी गल सुनी जाती है ते सारिआं नूं असीं प्यार करदे हां, पास्टर साहिबान प्यार करदे हां। हालेलुया। थैंक यू लॉर्ड। कंसेप्ट करो प्लीज। अमनदीप आपका अभी 18 महीना हो गया चर्च के साथ। सो व्हाट हैव यू लर्नड इन द लास्ट 18 मंथ्स सिंस यू स्टार्टेड द चर्च? ਜਦੋਂ ਤੋਂ ਤੁਸੀਂ ਚਰਚ ਆਉਣਾ ਸ਼ੁਰੂ ਕੀਤਾ 18 ਮਹੀਨੇ ਹੋ ਗਏ ਆ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਸਿੱਖਿਆ ਸੱਚੀ? मैंने पास्टर जी बहुत कुछ सीखा। मतलब पहला कुछ भी नहीं पता सी मैनू कि मसीह लाइफ किवें आ या की आ। जो भी मैं सीखा सब कुछ इत्थों सीखा। प्रार्थना करनी जां दूजे दी देखभाल करनी जां अधीनगी च रहना, ऑर्डर च रहना, किस तरह चर्च दे काम कर रहे ने, किस तरह प्रचार करना या वर्शिप, मतलब मैं स्टार्टिंग ही इत्थों कीती है। हर एक चीज़ इत्थों ही सीखी है। Hallelujah. Thank you so much. Aman Mattu, what aspect of the House of Glory Punjabi Church do you really like? ਤੇ ਕਿਹੜੀ ਚੀਜ਼ ਹੈ ਜਿਹੜੀ ਹਾਊਸ ਆਫ ਗਲੋਰੀ ਪੰਜਾਬੀ ਚਰਚ ਦੇ ਵਿੱਚ ਖਾਸ ਹੈ ਜਿਹਨੂੰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ? ये बहुत अच्छा क्वेश्चन है जो मेरे नाल बहुत ज़्यादा कनेक्टेड है। मैं दसना चाहती हाँ कि सचमुच खुदा का कोई प्लान है साडियां जिंदगियां दे लई। ये मैं महसूस किया इस जगह ते आके, क्योंकि मैं एक गल क्लीयर करना चाहूँगी कि हाउस ऑफ ग्लोरी विच चर्च विच जो जिन्ने भी पर्सन आते हैं मैंबर, तुहाडे लई बहुत बड़ी योजना है परमेश्वर की। वो योजना है तुहानूं इत्थे तक ले आउण दी। वो किसी हाउस चर्च विच बहुत रेयर अपॉर्चुनिटियां ने जो जिन्होंने मौका मिलता है, लेकिन हाउस ऑफ ग्लोरी चर्च विच आने वाले पर्सन हर एक के लिए एक खुला चांस है। तो ਉਹਦੇ ਲਈ ਕੀ है कि कुछ रूल रेगुलेशंस ने, जिवें खुदा दे कलाम कि जदों भी कोई खिडारी खेडदा है ना, जो कायदे मुजब ना खेडे तो कभी भी वो इनाम नूं हासिल नहीं करता। चाहे मैं चर्च दे विच परमेश्वर दे विच सी अज तो 10-15 साल तो सीगी, मैं उत्थे सेवा करती सी, मैं इत्थे आके निराश हो गई कि मेरे कोलों सेवा खुस गई, मैं तो बस हुण मेरा तो एंड है। लेकिन खुदा ने मैनू इत्थे भी उस इस्तेमाल किया और मैं सचमुच ये एहसास कर पाई कि वाकई ही खुदा तुहाडे डिजायर नूं जानदा है, वो तुहानूं मुहैया करन वाला चाहे किसी भी कोने च हो। तो मेरी जिंदगी च सब कुछ पूरा होया। Praise the Lord. Hallelujah. ਹਾਲੇਲੂਇਆ। Aman Kumar, in what areas of your spiritual life have you grown in the Lord in the last 18 to 20 months? ਤੇ ਪਿਛਲੇ 18 ਮਹੀਨਿਆਂ ਦੇ ਵਿੱਚ ਕਿਹੜੇ ਹਿੱਸੇ ਦੇ ਆਤਮਿਕ ਹਿੱਸੇ ਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਿਆਦਾ ਅੱਗੇ ਵਧੇ? हालेलुया। हालेलुया। जय मसीह जी। मैं गीता तो बिलोंग करता मैं पहला तो जब मैं साइप्रस आया उदों ही मैं परमात्मा च वधिया, मैनू पता लग गया मैं परमात्मा च वधिया। हालेलुया। ते मैनू परमात्मा दे ज्ञान च वधिया ते परमात्मा दे वचनां ते चलना शुरू होया ते परमात्मा च विश्वास पूरा होया। हालेलुया। ते मैनू पहला कदे भी नहीं पता सीगा कि मैं परमात्मा ते खड़ के परमात्मा की वर्शिप करूँगा। हालेलुया। परमात्मा ने मैंने अपने लिए चुनिया, मैं परमात्मा की वर्शिप की ते मेरा सब तो बड़ी गल। हालेलुया। Hallelujah. Praise the Lord. Jennifer, why do you think people who are here who don't belong to any church should join House of Glory Punjabi Church? Translation करो पहले। सब तो पहले सर ने मैंने आंसर क्वेश्चन किया है कि सानू सारे पंजाबियां नू इत्थे क्यों ज्वाइन करना चाहिए है अगर वो किते होर नहीं जा रहे हैं। तो मेरा जवाब ये है कि सब तो पहले तो सब तो सारे अच्छे लोग ने इत्थे, एंड सेकंड थिंग ये है कि सब तो ज़्यादा वध रहा है चर्च होर किते नहीं आप देखते हैं कि जनसंख्या हो गई है, बट इत्थे काफ़ी लोग की पॉपुलेशन इत्थे काफ़ी वध गई है। तो सब तो वड्डी गल ये है कि प्रचार बहुत अच्छा होता है, एंड अगर इंग्लिश के भी होता है ट्रांसलेशन होंगी है तो सब ज्वाइन करते हैं कि तो उन्हें अच्छा लगता है। अगर किसी का सवाल होता है तो सानू जे कोई साडे नाल जुड़े तो सानू पुछते हैं, नहीं तो जे सानू भी नहीं पता तो असं अपने लीडर्स को पूछते हैं। तो सब तो अच्छी गल है कि असं एक दूसरे की मदद जरूर करते हैं इसके दौरान। थैंक यू। Thank you so much. Praise the Lord. Sally, come forward. Praise the Lord. Sally, you are a Filipina. What are you doing here? Why are you in this church? I'm here in the church एक because मिनट, मैं पूछ रहा हूँ ये फिलिपिना है, ये क्या कर रही है? हिंदी ये सीधी। I feel I found my family and I feel मुझे इधर मेरी फैमिली मिली है, I feel I'm happy here. मैं इधर बहुत खुश हूँ, God bring me here. मुझे खुदा ने इधर लाया So है, I'm brought here. मैं And इधर I'm बढ़ very जा रही है happy
मैं बहुत खुश हूँ and all the members. और सब जो They are मेंबर्स my हैं family. ये मेरे सब परिवार जैसा है। हालेलुया, थैंक यू। हालेलुया। सिस्टर रमन, हाजिर हो। if somebody is looking for a church to join in Nicosia or in Cyprus, would you invite them to House of Glory Church? ਜੇ ਕੋਈ ਨਿਕੋਸੀਆ ਜਾਂ ਸਾਈਪ੍ਰਸ ਦੇ ਵਿੱਚ ਚਰਚ ਨੂੰ ਲੱਭ ਰਿਹਾਗਾ ਕਿ ਤੁਸੀਂ ਉਹਨਾਂ ਨੂੰ ਇੱਥੇ ਇਨਵਾਈਟ ਕਰੋਗੇ, ਇੱਥੇ ਸੱਦਾ ਦਿਓਗੇ ਕਿ ਸਾਡੀ ਚਰਚ ਆਓ? जय मसीह दी आपने ब्रदर्स। सवाल का जवाब नहीं दिया। हाँ जी बस। क्यों? अभी दूसरा सवाल। ਕਿਉਂਕਿ ਮੈਨੂੰ ਇੱਥੇ ਇੰਨਾ ਜ਼ਿਆਦਾ ਖੁਸ਼ ਰਹਿਣੀ ਆ ਕਿ ਸਾਰਾ ਇੱਥੇ ਖੁਦਾ ਦੀ ਮੌਜੂਦਗੀ ਆ ਔਰ ਆਪਾਂ ਇੱਕ ਸਾਰੇ ਇੱਥੇ ਫੈਮਿਲੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਤੇ ਹੋਰ ਜਾਣਾ ਚਾਹੀਦਾ ਆ ਕਿਉਂਕਿ ਇੱਥੇ ਸਾਨੂੰ ਪਾਸਟਰ ਜੀ ਇੰਨਾ ਅੱਗੇ ਵਧਣੇ ਲਈ ਟਾਈਮ ਦਿੰਦੇ ਆ ਕਿ ਮੈਨੂੰ ਖੁਦਾ ਬਾਰੇ ਕੁਝ ਵੀ ਨਹੀਂ ਪਤਾ ਸੀਗਾ। ਸਾਨੂੰ ਮੈਂ ਵੀ 1.5 ਸਾਲ ਹੋਇਆ ਇੱਥੇ ਆਏ ਨੂੰ ਤੇ ਅਸੀਂ ਖੁਦਾ ਵਿੱਚ ਇੰਨਾ ਅੱਗੇ ਵਧੇ ਆ ਕਿ ਪਾਸਟਰ ਜੀ ਇੰਨਾ ਮੌਕਾ ਦਿੰਦੇ ਆ ਸਾਨੂੰ ਹਰ ਇੱਕ ਚੀਜ਼ 'ਚ ਅੱਗੇ ਵਧਣ ਦਾ। ਇਸ ਕਰਕੇ ਮੈਂ ਸਾਰਿਆਂ ਨੂੰ ਇੱਥੇ ਇਨਵਾਈਟ ਕਰੂੰਗੀ ਕਿ ਸਾਡੀ ਚਰਚ ਸਭ ਤੋਂ ਬੈਸਟ ਆ। Praise the Lord. Hallelujah. कोई नहीं बोल रहे कि पास्टर जी अच्छा है, प्यार कर रहा है एकदम। डिसअपॉइंटिंग है मेरे लिए। पास्टर आई नो नॉट saying we are Praise the Lord. Praise the Lord. भैया आपके लिए सवाल नहीं है तो आप ही सवाल पूछो और आप ही जवाब दे दो। बताओ चीज के बारे में आप क्यों गए थे? ਜੈ ਮਸੀਹ ਜੀ ਸਾਰਿਆਂ ਨੂੰ। ਮੈਨੂੰ ਸਭ ਤੋਂ ਵਧੀਆ ਚਰਚ ਦੀ ਇਹ ਗੱਲ ਲੱਗਦੀ ਹੈ ਕਿ ਇੱਥੇ ਇੱਕ ਕਾਫੀ ਲੋਕ ਪੰਜਾਬੀ ਚਰਚ ਨੂੰ ਲੱਭਦੇ ਹੈਗੇ, ਉਹ ਲੱਭਦੇ ਨਹੀਂਗੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਇੱਥੇ ਕਾਫੀ ਜਿਹੜੇ ਚਰਚ ਹੈ ਇੰਗਲਿਸ਼ ਦੇ ਵਿੱਚ ਨੇ ਤਾਂ ਇੱਥੇ ਪੰਜਾਬੀ ਲੈਂਗੁਏਜ ਤੇ ਇੰਗਲਿਸ਼ ਦੋਨੋਂ ਲੈਂਗੁਏਜ ਦੇ ਵਿੱਚ ਟ੍ਰਾਂਸਲੇਸ਼ਨ ਕੀਤੀ ਜਾਂਦੀ ਹੈਗੀ। ਸਭ ਤੋਂ ਵਧੀਆ ਇਹ ਗੱਲ ਆ। ਬਾਕੀ ਕੋਈ ਵੀ ਇੰਨਾ ਗਾਈਡ ਨਹੀਂ ਕਰਦਾ ਜਿੱਦਾਂ ਕਿ ਪਾਸਟਰ ਜੋਨੀ, ਪਾਸਟਰ ਡਾਈਗੋ, ਪਾਸਟਰ ਹਰੂਨ, ਪਾਸਟਰ ਵਿੱਕੀ ਸਾਡੇ ਲਈ ਐਡੀ ਦੂਰੋਂ ਆਉਂਦੇ ਆ ਖੁਦਾ ਦੇ ਕਲਾਮ ਨੂੰ ਲੈ ਕੇ। ਕੋਈ ਇੱਦਾਂ ਨਹੀਂ ਗਾਈਡ ਕਰਦਾ ਕਿ ਅਸੀਂ ਬਾਈਬਲ ਦੇ ਅਕੋਰਡਿੰਗ ਚੱਲੀਏ, ਸਾਨੂੰ ਬਾਈਬਲ ਦੇ ਅਕੋਰਡਿੰਗ ਸਾਡਾ ਜੀਵਨ ਕੀ ਹੈਗਾ ਕਿਉਂਕਿ ਇੱਥੇ ਬਹੁਤ ਜਿੱਦਾਂ ਕਿ ਅੱਜ ਬਹੁਤ ਸਾਰੇ ਨੇ ਛੁਟਕਾਰਾ ਪਾਇਆ ਕ੍ਰਸ ਤੋਂ, ਹੋਰ ਲੋਕਾਂ ਨੂੰ ਪ੍ਰੇਅਰ ਕੀਤੀਆਂ ਜਾਂਦੀਆਂ ਨੇ ਤੇ ਹੋਰ ਖੁਦਾ ਦਾ ਜਿਹੜਾ ਵਿਜ਼ਨ ਹੈਗਾ ਉਹ ਇੱਥੇ ਪੂਰਾ ਹੁੰਦਾ ਗਾ ਤੇ ਲੋਕਾਂ ਦੀ ਜ਼ਿੰਦਗੀ ਚੇਂਜ ਹੁੰਦੀ ਹੈਗੀ ਇੱਥੇ ਆ ਕੇ। तो मेरा कहना मकसद यही है कि सारे जने इस चर्च नाल जुड़ो ते खुदा दी होर ज़्यादा ब्लेसिंग पाओ। हालेलुया। प्रेज द लॉर्ड। सिस्टर अनु बताओ हमें आप इधर क्या देख रही है हर संडे या जो दूसरी मीटिंग्स भी होगी जब हम आते हैं तो चमत्कार की बात क्या हो रही है इधर? सबसे बड़ी बात कि खुदा के घर में मौजे होते हैं, छुटकारा होता है सभी का और खुदा हमें मुक्ति देता है। और भी क्या हो रहा है? और खुदा ने हमें यहाँ पर आए तो खुदा ने आप अपने साथ हमें जोड़ कर रखा और जो कभी सोचा नहीं था कि हम विदेश में जाएंगे तो हमें एक इंडियन चर्च से मुलाकात होगी और पास्टर जॉनी भी हमें बहुत अच्छी टीचिंग देते हैं ताकि हम और बहन भाइयों की जिंदगी को बचा सकें। Praise the Lord. Hallelujah. दोनों नाम लिया आपने। Thank you. खुदा की महिमा। हम हमारा नाम नहीं बढ़ा रहे आगे क्योंकि ये सब जो हो रहा है इधर खुदा का महिमा के लिए। हालेलुया। प्रेज द लॉर्ड। सिस्टर रविंदर लास्ट वन। प्रेज द लॉर्ड। आपके लिए सवाल सोचना पड़ेगा अभी। सवाल है आपके पास? जवाब मैं दूंगा, नहीं मदद कर रहा हूँ। हाँ, तो बहुत टाइम से अभी चर्च ये पार्लियामेंट का जो ग्रुप हो रहा है आपके घर में हो रहा है बहुत बढ़ जा रहा है। ये हमारा तगड़ा ग्रुप है, सबसे तगड़ा ग्रुप पार्लियामेंट को विलेज में इसके सिस्टर के घर में हो रहा है और इस ये पहली आई इसी में और पूरा फैमिली अभी आई उसकी फैमिली खुदा में बच्चा आया वो जो बहुत तंग करता था हमें लेकिन फिर भी उसको सेट किया हमने। फिर उसकी बहन आई फिर बहन का हस्बैंड वो भी उन्होंने बहुत तंग किया हमें। चलो माफ किया सबको मजाक कर रहा हूँ और सब अभी पार्लियामेंट का पूरा लोग चर्च में आ रहे हैं। तो आप ये बताओ हमें पार्लियामेंट का स्पेशलिटी क्या है? पार्लियामेंट का जो एक मिनट मैंने खत्म नहीं किया भूख लगी है तो पार्लियामेंट का जो मीटिंग होती है उसका स्पेशलिटी क्या है? खासियत की। हाँ वो बताओ। पार्लियामेंट के ग्रुप की खासियत की। ओके लंबा मत करने को। ओके छोटा क्योंकि टाइम नहीं इसलिए। ਹਾਲੇਲੂਇਆ ਜੈ ਮਸੀਹ ਦੀ ਸਾਰਿਆਂ ਨੂੰ। ਮੈਨੂੰ ਉਸ ਵੀ ਚਰਚ ਬਾਰੇ ਨਹੀਂ ਸੀ ਪਤਾ, ਮੈਂ ਚਰਚ ਵਿੱਚ ਆਈ ਹਾਂ ਤੇ ਮੈਨੂੰ ਇਸ ਚਰਚ ਨੇ ਬਹੁਤ ਜ਼ਿਆਦਾ ਬਲੈਸ ਕੀਤਾ
ਬਹੁਤ ਜ਼ਿਆਦਾ ਬਲੈਸਡ ਕੀਤਾ। ਦੇਖੋ ਪਾਸਟਰ ਜੀ ਸਾਡੇ ਵਾਸਤੇ ਲੰਡਨ ਤੋਂ ਆਉਂਦੇ ਆ ਤੇ ਅਸੀਂ ਉਹਨਾਂ ਦੀ ਬਲੈਸਿੰਗ ਦੀ ਵੇਟ ਕਰਦੇ ਰਹਿੰਦੇ ਆ ਤੇ ਅਸੀਂ ਬਹੁਤ ਬਲੈਸਿੰਗਾਂ ਲੈਂਦੇ ਹਾਂ ਜਦੋਂ ਪਾਸਟਰ ਜੀ ਆਉਂਦੇ। ਤੇ ਮੈਂ ਇਹੀ ਭੈਣਾਂ ਭਰਾਵਾਂ ਨੂੰ ਕਹਿਣਾ ਚਾਹੁੰਦੀ ਤੇ ਸਾਰੇ ਜਾਣੇ ਆਓ ਤੇ ਆਪਣੀਆਂ ਬਲੈਸਿੰਗਾਂ ਲਵੋ, ਇੱਥੋਂ ਆ ਕੇ ਕੋਈ ਅਧੂਰਾ ਨਾ ਰਹਿ ਜੇ। ਤੇ ਅੱਗੇ ਜੋ ਪਾਰਲੀਮੈਂਟ ਦੇ ਵਿੱਚ ਵੀ ਮੀਟਿੰਗ ਹੁੰਦੀ ਆ ਤੇ ਮੈਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੁੰਦੀ ਮੈਨੂੰ ਕੋਈ ਵੀ ਕਿਵੇਂ, ਤੇ ਮੈਨੂੰ ਕਮਲ ਨੇ ਸਾਥ ਦਿੱਤਾ ਕਿ ਤੁਸੀਂ ਮੀਟਿੰਗ ਕਰਵਾਇਆ ਕਰੋ ਘਰ, ਕਹਿੰਦੀ ਸੱਦ ਲਓ ਆਪਣੇ ਘਰੇ। ਮੈਂ ਸੱਦਿਆ ਤੇ ਮੈਨੂੰ ਜਾਣੀ ਕਿ ਹੁਣ ਫੀਲ ਹੁੰਦਾ ਵੀ ਜੇ ਕਦੇ ਮੀਟਿੰਗ ਨਾ ਹੋਵੇ ਤੇ ਬਹੁਤ ਦੁੱਖ ਹੁੰਦਾ ਦਿਲ ਨੂੰ। ਤੇ ਮੈਂ ਬਹੁਤ ਪਿਆਰ ਕਰਦੀ ਹਾਂ ਸਾਰੇ ਭੈਣ ਭਰਾ ਜਿੰਨੇ ਵੀ ਆਉਂਦੇ ਆ ਪਾਰਲੀਮੈਂਟ ਕੁਝ ਵੀ ਚਰਚ ਦੇ ਵਿੱਚ ਵੀ ਮੈਂ ਬਹੁਤ ਜ਼ਿਆਦਾ ਸਾਰਿਆਂ ਨੂੰ ਪਿਆਰ ਕਰਦੀ Praise the Lord. Thank you so much. और दो लोग मेरे मन में आए हैं, लक्ष्मी और सुमन। आदिनों में भी हमारा काम चालू हुआ है। अभी लगता है जनवरी में हुआ था तो लगातार मीटिंग्स लगाई हमने इसलिए। Praise the Lord. तो बताओ आपको क्या कैसा महसूस हो रहा है? चर्च आप जुड़ी हमारे साथ अभी, आप उतना पुरानी नहीं लेकिन फिर भी अभी आप परिवार की जैसे हमारी फैमिली है, तो क्या लग रहा है आपको चर्च के बारे में? बहुत ही अच्छा फील किया इधर आके। ਅਸੀਂ ਬਿਲਕੁਲ ਆਪਣੀ ਫੈਮਿਲੀ ਦੀ ਤਰ੍ਹਾਂ ਜਿਹੜੀ ਸਾਡੀ ਜੋ ਇੱਧਰ ਆ ਕੇ ਅਸੀਂ ਕਾਫੀ ਟਾਈਮ ਤੋਂ ਮੈਂ ਇੱਥੇ ਰਹਿ ਰਹੀ ਬਟ ਵਾਪਸ ਵੀ ਨਹੀਂ ਕਿਸੇ ਮਜਬੂਰੀ ਕਾਰਨ ਇੱਕ ਵਾਰ ਛੁੱਟੀ ਵੀ ਨਹੀਂ ਜਾ ਪਾਈ ਮੈਂ 6 ਸਾਲਾਂ ਦੇ ਵਿੱਚ। ਬਟ ਮੈਂ ਆਪਣੀ ਫੈਮਿਲੀ ਨੂੰ ਬਹੁਤ ਮਿਸ ਕਰਦੀ ਸੀ। ਅੱਜ ਮੈਂ ਆਪਣੀ ਫੈਮਿਲੀ ਨੂੰ ਮਿਸ ਨਹੀਂ ਕਰਦੀ। ਹਾਲੇਲੂਇਆ। ਬਹੁਤ ਅੱਛਾ ਆ ਪਾਸਟਰ ਜੀ जब भी उधर आते हैं बहुत अच्छा, बड़ी खुशी होती है। जो आनंद जो शांति सानू इस जगह ते आके मिली मैनू किते भी नहीं मिली सी इस जगह। थैंक यू जीसस। हालेलुया। लक्ष्मी भी अतिलों की है। अतिलों का जो मीटिंग्स लगाते हैं हम सारे भैन भाइयों को जय मसीह। क्या लगता है दादागिरी कर रही है क्या? तो अतिलों में मीटिंग लगाते हैं हम, सिस्टर भी साथ देती है सुमन का और जुड़ी है हमारे साथ। एनिवर्सरी को आई थी, मुझे मिली थी पहले लेकिन उतना ये नहीं हुआ था कॉन्टेक्ट जैसा, लेकिन फिर जब एनिवर्सरी को आई तो उसको खुदा ने गाइड किया कि इधर आने को। तो अभी क्या हो रहा है आपके लाइफ में या क्या मिल रहा है आपको इस चर्च से? सारे भैन भाइयों को जय मसीह और पास्टर साहबान को भी जय मसीह। मैं जब इतने पहली बारी लास्ट मीटिंग सी इतने मैं उदों पहली बारी आई सी इतने तो मैनू इतने आके बहुत वधिया लगा क्योंकि असी जाती सी मैं लारनका चर्च दे विच तो उत्थे मैनू फिलीपीन आउंदे सी, श्रीलंकन आउंदे सी, उत्थे मैनू वचन दी समझ नहीं सी लगदी। इत्थे आण के मैनू बहुत वधिया लगा, वचन दी समझ लगी, वर्शिप दी समझ लगदी आ क्योंकि इत्थे पंजाबी दे विच सारा कुछ वचन प्रचार सारा कुछ पंजाबी च हुंदा। बाकी पास्टर जॉनी जी होर भी पास्टर साहबान आउंदे आ इत्थे साडे लई बहुत केयर करदे आ, बहुत साडे लई मेहनत करदे आ। मैं खुदा दा धन्नवाद करदी आ। खुदा ने सानू बहुत वधिया साहबान दित्ते आ, पास्टर दित्ते आ, सानू अगुवे दित्ते आ ते खुदा दा धन्नवाद करदी आ। खुदा दा आत्मा जिहड़ा सानू गाइड करदा इत्थे भवन दे विच। ते मैं पहला लारनका चर्च च जांदी सी इन्हां दे जिहड़े आ इत्थे सॉरी मैं उस चर्च च जांदी सी ते उत्थे मैनू ना मैं यही कहंदी हुंदी सी खुदा मैनू पंजाबी चर्च किते मिले, मैं पंजाबी चर्च च जाना चाहुंदी हां जिथे मैनू वचन दी समझ लगे। तो मैं खुदा दा धन्नवाद करदी मैनू इत्थे सारी समझ लगदी आ। खुदा ने मैनू बहुत ब्लैस कीता इत्थे ते खुदा ने आत्मा च भी ਵਧਾਇਆ ਤੇ ਗੈਰ ਭਾਸ਼ਾ ਵੀ ਮੈਨੂੰ ਅੱਗੇ ਨਾਲੋਂ ਪਹਿਲਾਂ ਮੈਨੂੰ 2-3 ਵਰਡ ਆਉਂਦੇ ਸੀ, ਹੁਣ ਮੈਂ ਸਾਰੀ ਦੁਆ ਪ੍ਰਾਰਥਨਾ ਗੈਰ ਭਾਸ਼ਾ ਦੇ ਵਿੱਚ ਕਰਦੀ ਹਾਂ। ਖੁਦਾ ਦੇ ਦਾਸ ਸਾਡੇ ਲਈ ਬਹੁਤ ਮਿਹਨਤ ਕਰਦੇ ਆ। ਸਾਰਿਆਂ ਨੂੰ ਜੈ ਮਸੀਹ। आमेन। हालेलुया। प्रेज द लॉर्ड। खुदा के लिए महिमा। लास्ट वन पास्टर डायगो। सो हम दोनों गोवा के हैं। हालेलुया। अभी हम पंजाबी हो गए। प्रेज द लॉर्ड। First question, पहला सवाल, why are you coming to Cyprus all the time now? You're coming very often.
When I first came to Cyprus, ਜਦੋਂ ਮੈਂ ਪਹਿਲੀ ਵਾਰ ਸਾਈਪਰਸ ਆਇਆ I saw God's hand on this house. ਤੇ ਮੈਂ ਇੱਥੇ ਦੇਖਿਆ ਕਿ ਖੁਦਾ ਦਾ ਹੱਥ ਇਸ ਘਰ ਦੇ ਉੱਪਰ ਹੈ And I realized that God was going to move in Cyprus through House of Glory. ਤੇ ਮੈਂ ਮਹਿਸੂਸ ਕੀਤਾ ਕਿ ਖੁਦਾਵੰਦ ਪੂਰੇ ਸਾਈਪਰਸ ਦੇ ਵਿੱਚ ਕੰਮ ਕਰੂਗਾ ਹਾਊਸ ਆਫ ਗਲੋਰੀ ਚਰਚ ਦੇ ਦੁਆਰਾ That's why I spend more time here. ਤੇ ਤਾਂ ਕਰਕੇ ਮੈਂ ਇਸ ਚਰਚ ਦੇ ਵਿੱਚ ਜ਼ਿਆਦਾ ਆਪਣਾ ਟਾਈਮ ਸਪੈਂਡ ਕਰਨ ਲੱਗਿਆ My friends said to me, when you're moving to Cyprus? ਤੇ ਮੇਰੇ ਫਰੈਂਡ ਵੀ ਹੁਣ ਮੈਨੂੰ ਪੁੱਛਦੇ ਆ ਕਿ ਤੂੰ ਸਾਈਪਰਸ ਕਦੋਂ ਮੂਵ ਹੋ ਰਿਹਾ I know from my heart that God has big plans here in Cyprus. ਤੇ ਮੈਂ ਜਾਣਦਾ ਮੇਰੇ ਦਿਲ ਵਿੱਚ ਹੈ ਕਿ ਬਹੁਤ ਵੱਡਾ ਪਲਾਨ ਖੁਦਾ ਦੀ ਯੋਜਨਾ ਕੀ ਸਾਈਪਰਸ ਦੇ And it's going to be through this church. ਤੇ ਜਿਹੜੀ ਕਿ ਇਸ ਚਰਚ ਦੇ ਦੁਆਰਾ ਪੂਰੀ ਹੋਣੀ ਹੈ And the people that are connected to this place ਤੇ ਜਿਹੜੇ ਲੋਕ ਇਸ ਜਗ੍ਹਾ ਚਰਚ ਨਾਲ ਜੁੜੇ ਜਗ੍ਹਾ ਦੇ ਨਾਲ ਜੁੜੇ will go to different places. ਕਿ ਉਹ ਦੁਨੀਆ ਦੀਆਂ ਵੱਖਰੀਆਂ ਜਗ੍ਹਾ ਤੇ ਜਾਣਗੇ They will take the gospel to all over the world. They will take the gospel to all over the world. ਤੇ ਉਹ ਖੁਦਾ ਦੇ ਵਚਨ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਫੈਲਣਗੇ You cannot force anybody to come. ਤੁਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਕਿ ਇੱਥੇ ਆਓ If you want God to use you, ਤੇ ਜੇ ਤੁਸੀਂ ਚਾਹੁੰਦੇ ਕਿ ਖੁਦਾਵੰਦ ਤੁਹਾਨੂੰ ਇਸਤੇਮਾਲ ਕਰੇ then you know where you have to be ਤੇ connected. ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ And this is the last thing is I like Punjabi food, so that's why I come. ਅਗਲੀ ਚੀਜ਼ ਕਿ ਮੈਂ ਪੰਜਾਬੀ ਖਾਣਾ ਬਣਾਉਣਾ ਚਾਹੁੰਦਾ ਤਾਂ ਕਰਕੇ What is the specialty for you of this church? The specialty is to see a lot of people that are in bondage. ਤੇ ਮੈਂ ਦੇਖਦਾ ਕਿ ਜਿਹੜੇ ਬਹੁਤ ਸਾਰੇ ਲੋਕ ਹਨ ਉਹ ਇੱਕ ਦੂਜੇ ਨਾਲ ਜੁੜੇ ਹੋਏ ਆ ਮੰਦਰ ਦੇ No, ਵਿੱਚ in bondage. In bondage. Jaal mein fasa. ਸੌਰੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਗੁਲਾਮੀ ਦੇ ਵਿੱਚ ਫਸੇ ਹੋਏ ਆ ਹੋਰ ਚੀਜ਼ਾਂ ਦੇ ਵਿੱਚ And we've seen a lot of people set free. ਤੇ ਮੈਂ ਦੇਖਦਾ ਕਿ ਇੱਥੇ ਆਉਂਦੇ ਆ ਜਦੋਂ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਚੀਜ਼ਾਂ ਤੋਂ ਆਜ਼ਾਦ ਹੋ ਕੇ ਛੁਟਕਾਰਾ ਪਾਉਂਦੇ ਆ Just picture yourself like in a cage. ਤੇ ਇੱਕ ਆਪਦੇ ਦਿਮਾਗ 'ਚ ਇੱਕ ਤਸਵੀਰ ਬਣਾਓ ਕਿ ਤੁਸੀਂ ਇੱਕ ਪਿੰਜਰੇ ਦੇ ਵਿੱਚ ਫਸੇ ਹੋਏ ਹੋ And I am grateful that God allows me to pray for people so that God can set them free through us. ਤੇ ਮੈਂ ਖੁਸ਼ ਹਾਂ ਕਿ ਖੁਦਾ ਨੇ ਮੈਨੂੰ ਚੁਣਿਆਗਾ ਕਿ ਮੈਂ ਉਹਨਾਂ ਜੋ ਪਿੰਜਰੇ ਦੇ ਵਿੱਚ ਫਸੇ ਲੋਕ ਹੈ ਇੱਕ ਪ੍ਰਕਾਰ ਨਾਲ ਉਹਨਾਂ ਲਈ ਪ੍ਰਾਰਥਨਾ ਕਰਾਂ ਤੇ ਖੁਦਾ ਉਹਨਾਂ ਨੂੰ ਆਜ਼ਾਦ ਕਰੇ ਆਮੀਨ Power of the Holy Spirit. ਪਵਿੱਤਰ ਆਤਮਾ ਦੀ ਸ਼ਕਤੀ ਹੈ Amen. ਆਮੀਨ